अखबार हाजिर है। नमस्कार, सत श्री अकाल। अखबार हाजिर है प्रोग्राम ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰੂਹੀ ਤੇ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਸਹਿਯੋਗੀ ਮਦਨਦੀਪ ਸਿੰਘ ਤੇ ਟ੍ਰਾਈਸਿਟੀ ਦੀਆਂ तमाम ਖਬਰਾਂ ਲੈ ਕੇ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਇਸ ਪ੍ਰੋਗਰਾਮ ਵਿੱਚ। ਤੇ ਮਦਨਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਦੈਨਿਕ ਭਾਸਕਰ ਦੀ ਇਸ ਖਬਰ ਦੇ ਨਾਲ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਅਲੀਪੁਰ ਸ਼ਹੀਦ ਸਮਾਰਕ ਘਾਟ ਤੋਂ ਹਰਪਾਲ ਰਾਣਾ ਨਿਕਲੇ ਨੇ। ਹਰਪਾਲ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲਣ ਨੂੰ ਲੈ ਕੇ ਤਕਰੀਬਨ 3 ਸਾਲਾਂ ਤੋਂ ਖਿੱਚਾਤਾਨੀ ਚੱਲ ਰਹੀ ਹੈ, ਪਰ ਹਜੇ ਤੱਕ ਇਸ ਦਾ ਨਾਂ ਨਹੀਂ ਬਦਲਿਆ ਗਿਆ ਹੈ। ਤੇ ਉਹਨਾਂ ਨੇ ਦੱਸਿਆ ਕਿ ਯਾਤਰਾ ਉਹਨਾਂ ਨੇ 19 ਮਾਰਚ ਨੂੰ ਦਿੱਲੀ ਤੋਂ ਸ਼ੁਰੂ ਕੀਤੀ ਸੀ ਤੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਸ਼ਹੀਦੀ ਦਿਵਸ ਦੇ ਮੌਕੇ ਚੰਡੀਗੜ੍ਹ ਪਹੁੰਚੇ ਨੇ। ਤੇ ਹਰਪਾਲ ਦੇ ਮੁਤਾਬਕ 14 ਸਾਲ ਤੋਂ 에ਅਰਪੋਰਟ ਦਾ ਨਾਂ ਭਗਤ ਸਿੰਘ ਦੇ ਨਾਂ ਤੇ ਰੱਖਣ ਦਾ ਪ੍ਰਸਤਾਵ ਚੱਲ ਰਿਹਾ, ਪਰ ਅੱਜ ਤੱਕ ਸਫਲਤਾ ਨਹੀਂ ਹਾਸਲ ਹੋਈ ਹੈ। ਜੀ ਜਿਵੇਂ ਕਿ ਸ਼ਹੀਦੀ ਦਿਹਾੜਾ ਹੈ ਜੋ ਉਹਨਾਂ ਦਾ ਜੀ ਰਾਜਗੁਰੂ ਸੁਖਦੇਵ ਤੇ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜੀ। ਸੰਯੁਕਤ ਮੋਰਚੇ ਨੇ ਵਿਸ਼ੇਸ਼ ਤੌਰ ਤੇ ਜਿਹੜੇ ਪ੍ਰੋਗਰਾਮ ਲਿਖੇ ਹੈ ਜੀ ਔਰ ਅੱਜ ਦੇ ਦਿਹਾੜੇ ਇੱਕ ਵਾਰ ਫਿਰ ਜਿਹੜਾ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਇਹਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਦੀ ਮੰਗ ਉੱਠੀ ਹੈ ਜੀ। ਮੈਂ ਤੁਹਾਨੂੰ ਇੱਕ ਗੱਲ ਯਾਦ ਇੱਥੇ ਕਰਾਉਣਾ ਚਾਹੁੰਦਾ ਕਿ ਸਤੰਬਰ 2019 ਨੂੰ ਉੱਤਰੀ ਜਨਰਲ ਕੌਂਸਲ ਦੀ ਇੱਕ ਮੀਟਿੰਗ ਹੋਈ ਸੀ ਜਿਹਦੀ ਪ੍ਰਧਾਨਗੀ ਕੀਤੀ ਸੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਜ਼ਰ ਸੀਗੇ ਜੀ ਔਰ ਉਹਨਾਂ ਨੇ ਅਮਿਤ ਸ਼ਾਹ ਤੋਂ ਮੰਗ ਕੀਤੀ ਸੀ ਕਿ ਬਿਨਾਂ ਦੇਰੀ ਜੀ ਹਵਾਈ ਅੱਡੇ ਦੇ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖ ਦੇਣਾ ਚਾਹੀਦਾ ਔਰ ਉਦੋਂ ਕੇਂਦਰ ਸਰਕਾਰ ਨੇ ਬਕਾਇਦਾ ਹਾਮੀ ਭਰੀ ਸੀ ਕਿ ਇਹਦੇ ਤੇ ਅਸੀਂ ਵਿਚਾਰ ਕਰਕੇ ਇਹਦਾ ਫੈਸਲਾ ਜਲਦੀ ਕਰਾਂਗੇ ਜੀ। ਇਸ ਤੋਂ ਇਲਾਵਾ ਵੀ ਪੰਜਾਬ ਦੇ ਵਿੱਚੋਂ ਵਾਰ-ਵਾਰ ਇਹ ਮੰਗ ਉੱਠਦੀ ਰਹੀ ਹੈ ਜੀ ਔਰ ਇਹ ਮਾਮਲਾ ਜਿਹੜਾ ਹੈਗਾ ਇਹ ਚੰਡੀਗੜ੍ਹ ਪ੍ਰਸ਼ਾਸਨ ਨਾਲ ਵੀ ਵਿਚਾਰਿਆ ਗਿਆ ਔਰ ਹਰਿਆਣਾ ਨਾਲ ਵੀ ਵਿਚਾਰਿਆ ਗਿਆ ਜੀ ਔਰ ਇਹਦੇ ਤੇ ਸਹਿਮਤੀ ਵੀ ਬਣੀ ਸੀ ਕਿ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਮੋਹਾਲੀ ਚੰਡੀਗੜ੍ਹ ਦਾ ਜੀ ਇਹਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਣਾ ਚਾਹੀਦਾ ਹੈ ਜੀ। ਪਰ ਇਹ ਬੜੀ ਹੈਰਾਨੀ ਦੀ ਤੇ ਬਹੁਤ ਦੁਖਦਾਇਕ ਗੱਲ ਹੈ ਜੀ ਕਿ ਇਹਨੂੰ ਅਮਲ ਵਿੱਚ ਨਹੀਂ ਲਿਆ ਗਿਆ ਔਰ ਨਾਂ ਨਹੀਂ ਬਦਲਿਆ ਗਿਆ। ਹਾਲੇ ਤੱਕ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਤੇ ਉਹਨਾਂ 에ਅਰਪੋਰਟ ਦਾ ਨਾਂ ਨਹੀਂ ਰੱਖਿਆ ਗਿਆ ਜੀ। ਜੇ ਤੁਸੀਂ ਸੱਚਮੁੱਚ ਜਿਵੇਂ ਕਿ ਸਰਕਾਰੀ ਪ੍ਰੋਗਰਾਮ ਵੀ ਅੱਜ ਬਹੁਤ ਸਾਰੇ ਹੋ ਰਹੇ ਆ, ਵੱਖ-ਵੱਖ ਸਿਆਸੀ ਪਾਰਟੀਆਂ ਵੀ ਕਰ ਰਹੀਆਂ ਤੇ ਦੇਸ਼ ਦੇ ਦੂਸਰੇ ਜਿਹੜੇ ਲੋਕ ਹੈ ਜਿਹੜੇ ਆਮ ਜਿਹੜਾ ਜਨ ਹੈ ਜੀ ਉਹਨਾਂ ਵੱਲੋਂ ਵੀ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਜੀ। ਔਰ ਜੇ ਸਰਕਾਰ ਇੱਕ ਪਾਸੇ ਇਹ ਕਿਉਂਕਿ ਤੁਹਾਨੂੰ ਇੱਕ ਹੋਰ ਮੈਂ ਇੱਥੇ ਯਾਦ ਕਰਾਉਣਾ ਚਾਹੁੰਦਾ ਜੀ ਕਿ ਮੌਜੂਦਾ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨੇ 2 ਸਾਲ ਪਹਿਲਾਂ ਦੀ ਗੱਲ ਹੀ ਹੈ ਫੈਸਲਾ ਕੀਤਾ ਸੀ ਕਿ ਅਸੀਂ ਸਾਲ ਭਰ ਜਿਹੜਾ ਹੈ ਸ਼ਹੀਦੀ ਦਿਹਾੜਾ ਮਨਾਵਾਂਗੇ ਭਗਤ ਸਿੰਘ ਦੇ ਨਾਂ ਤੇ ਜੀ। ਲੇਕਿਨ ਇਹਦੇ 'ਚ ਦੇਰੀ ਕਿਉਂ ਕਰ ਰਹੀ ਹੈ ਸਰਕਾਰ, ਮੈਨੂੰ ਸਮਝ ਨਹੀਂ ਆ ਰਹੀ ਜੀ ਇਹਦਾ ਬਿਨਾਂ ਦੇਰੀ ਤੋਂ ਨਾਂ ਰੱਖ ਦੇਣਾ ਚਾਹੀਦਾ ਸੀ। ਇਹਦੇ 'ਚ ਇਤਰਾਜ਼ ਕਿਸੇ ਨੂੰ ਕੀ ਹੋ ਸਕਦਾ ਹੈ ਜੀ। ਇਹਦੇ ਵਿੱਚ ਤਕਨੀਕੀ ਪਹਿਲੂ ਵੀ ਕਾਹਦੇ ਵਿਚਾਰਨਯੋਗ ਹੈਗੇ ਆ, ਜੀ ਮੈਨੂੰ ਤਾਂ ਬਿਲਕੁਲ ਸਮਝ ਨਹੀਂ ਆ ਰਹੀ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਜਦ ਕਿ ਇਹਦੇ ਵਿੱਚ ਕਿਸੇ ਕਿਸਮ ਦੀ ਦੇਰੀ ਨਹੀਂ ਸੀ ਹੋਣੀ ਚਾਹੀਦੀ। ਜੀ ਜੀ ਜੀ। ਇਹ ਵੀ ਦੱਸਿਆ ਜਾ ਰਿਹਾ ਕਿ ਸਾਈਕਲ ਜਿਹੜੀ ਰੈਲੀ ਹੈ ਇਹ ਪ੍ਰੈਸ ਕਲੱਬ ਸੈਕਟਰ 27 ਵਿੱਚ ਰੁਕੀ ਸੀ ਤੇ ਇਹਨਾਂ ਦਾ ਸਵਾਗਤ ਭਾਜਪਾ ਸਟੇਟ ਪ੍ਰੈਜ਼ੀਡੈਂਟ ਅਨੰਦ ਸੂਦ ਨੇ ਕੀਤਾ ਸੀ ਤੇ ਅਨੰਦ ਸੂਦ ਨੇ ਇਹ ਵੀ ਕਿਹਾ ਕਿ ਸ਼ਹੀਦ ਭਗਤ ਸਿੰਘ ਨਾ ਸਿਰਫ ਪੰਜਾਬ ਦੇ ਸੀ ਬਲਕਿ ਪੂਰੇ ਦੇਸ਼ ਦੇ ਸ਼ਹੀਦ ਸਨ। ਉਹਨਾਂ ਦੇ ਨਾਂ ਤੇ ਹਵਾਈ ਅੱਡੇ ਦਾ ਨਾਂ ਕਰਨਾ ਕੋਈ ਵੀ ਗਲਤੀ ਨਹੀਂ ਹੋਏਗੀ। ਉਹਨਾਂ ਨੇ ਇਹ ਵੀ ਕਿਹਾ ਕਿ ਭਗਤ ਸਿੰਘ ਦਾ ਨਾਮ ਰੱਖਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਵੇਗੀ ਬਲਕਿ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਭਗਤ ਸਿੰਘ ਦੇ ਨਾਂ ਤੇ ਚੰਡੀਗੜ੍ਹ ਦਾ ਜਿਹੜਾ ਹਵਾਈ ਅੱਡਾ ਅੰਤਰਰਾਸ਼ਟਰੀ ਹਵਾਈ ਅੱਡਾ ਉਹਨਾਂ ਦੇ ਨਾਂ ਤੇ ਕੀਤਾ ਜਾਵੇ। ਇਹ ਤਾਂ ਕੇਂਦਰ ਸਰਕਾਰ ਵੀ ਤਸੱਲੀਆਂ ਦਵਾ ਚੁੱਕੀ ਹੈ ਜੀ। ਚਲੋ ਇਹ ਤਾਂ ਇੱਕ ਲੋਕਲ ਲੀਡਰ ਹੈਗੇ ਆ, ਇਹਨਾਂ ਦੇ ਬਿਆਨ ਆਪਣੀ ਥਾਂ ਤੇ ਜੀ। ਪਰੰਤੂ ਜਦੋਂ ਕੇਂਦਰ ਸਰਕਾਰ ਦੇ ਕੋਲ ਇਹ ਬਕਾਇਦਾ ਤੌਰ ਤੇ ਸਾਰਾ ਮਾਮਲਾ ਪਿਆ, ਸਾਰਾ ਕੇਸ ਪਿਆ ਆ ਜੀ ਤਾਂ ਹੁਣ ਤੱਕ ਇਹ ਫੈਸਲਾ ਲੈ ਲੈਣਾ ਚਾਹੀਦਾ ਸੀ। ਜੀ ਬਿਲਕੁਲ। ਕੇਂਦਰ ਸਰਕਾਰ ਇਸ ਤਰ੍ਹਾਂ ਦੀ ਬੇਰੁਖੀ ਕਿਉਂ ਦਿਖਾ ਰਹੀ ਹੈ, ਇਹ ਹੈਰਾਨੀ ਦੀ ਗੱਲ ਹੈਗੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸ਼ਹੀਦ ਭਗਤ ਸਿੰਘ ਪੂਰੇ ਦੇਸ਼ ਲਈ, ਦੇਸ਼ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਜੀ ਔਰ ਉਹਨਾਂ ਦੇ ਨਾਂ ਤੇ ਰੱਖਣ ਤੇ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਜੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ 에ਅਰਪੋਰਟ ਕਰਤਾ ਜਾਂਦਾ ਹੈ ਉਹਦੇ ਤੇ ਕਿਸੇ ਨੂੰ ਕੀ ਇਤਰਾਜ਼ ਹੈ ਜੀ। ਪਰ ਹੈਰਾਨੀ ਦੀ ਗੱਲ ਆ ਕਿ ਲਗਾਤਾਰ ਇਸ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ। ਜੀ ਜੀ ਜੀ। ਇਹ ਹੁਣ ਖਬਰ ਹੈ ਅਮਰ ਉਜਾਲਾ ਤੋਂ। ਬੀ ਪ੍ਰਾਗ ਦੇ ਨਾਮ ਤੋਂ ਕੌਣ ਜਾਣੂ ਨਹੀਂ ਹੈ, ਇੱਕ ਸਫਲ ਪੰਜਾਬੀ ਗਾਇਕ ਤੇ ਸੰਗੀਤ ਨਿਰਦੇਸ਼ਕ ਨੇ ਤੇ ਇਹਨਾਂ ਨੂੰ ਹੁਣ ਸਰਵਸ਼੍ਰੇਸ਼ਠ ਪਲੇਬੈਕ ਸਿੰਗਰ ਨਾਲ
ਇਹਨਾਂ ਨੂੰ ਖਿਤਾਬ ਇਹਨਾਂ ਨੂੰ ਦਿੱਤਾ ਗਿਆ ਹੈ। ਦੱਸਿਆ ਗਿਆ ਕਿ ਕੇਸਰੀ ਫਿਲਮ ਦੇ ਗੀਤ ਤੇਰੀ ਮਿੱਟੀ ਲਈ 67ਵੇਂ ਫਿਲਮ ਪੁਰਸਕਾਰ ਵਿੱਚ ਪਲੇਬੈਕ ਸਿੰਗਰ ਦਾ ਅਵਾਰਡ ਜਿੱਤਿਆ। ਇਹਨਾਂ ਦਾ ਨਾਮ ਪ੍ਰਤੀਕ ਬੱਚਨ ਹੈ ਯਾਨੀ ਬੀ ਪ੍ਰਾਗ। ਤੇਰੀ ਮਿੱਟੀ ਗੀਤ ਨੇ ਗੀਤਕਾਰ ਮਨੋਜ ਮੁੰਤਸ਼ਿਰ ਨੇ ਲਿਖਿਆ ਸੀ ਤੇ ਅਰਕੋ ਪਾਰਵ ਮੁਖਰਜੀ ਨੇ ਇਸ ਨੂੰ ਕੰਪੋਜ਼ ਕੀਤਾ ਸੀ। ਮਾਰਚ 2019 ਵਿੱਚ ਇਹ ਗੀਤ ਰਿਲੀਜ਼ ਹੋਇਆ ਜੋ ਬਹੁਤ ਜ਼ਿਆਦਾ ਫੇਮਸ ਵੀ ਹੋਇਆ। ਬੀ ਪ੍ਰਾਗ ਬਾਰੇ ਹੋਰ ਤੁਹਾਨੂੰ ਦੱਸੀਏ ਕਿ ਇਹਨਾਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਤੇ ਇਹਨਾਂ ਦਾ ਜੰਮਪਲ ਚੰਡੀਗੜ੍ਹ ਸੈਕਟਰ 21 ਵਿੱਚ ਹੋਇਆ ਤੇ ਇਹਨਾਂ ਦਾ ਬੈਕਗ੍ਰਾਉਂਡ ਵੀ ਮਿਊਜ਼ਿਕ ਨਾਲ ਰਿਲੇਟਡ ਹੈ ਤੇ ਨਾਲ ਹੀ ਬੀ ਪ੍ਰਾਗ ਜਿਹੜੇ ਹੈਗੇ ਲਾਈਟ ਮਿਊਜ਼ਿਕ ਕਾਫੀ ਪਸੰਦ ਕਰਦੇ ਨੇ ਤੇ ਹੁਣ ਅੱਜ ਕੱਲ੍ਹ ਦੇ ਯੂਥ ਦੇ ਕਾਫੀ ਫੇਵਰੇਟ ਬਣੇ ਹੋਏ ਨੇ। ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ, ਚੰਡੀਗੜ੍ਹ ਦੇ ਵਿੱਚੋਂ ਕਾਫੀ ਸਾਰੇ ਅੱਜ ਕੱਲ ਟੈਲੈਂਟ ਭਰਿਆ ਪਿਆ ਚੰਡੀਗੜ੍ਹ ਦੇ ਵਿੱਚ। ਜੀ ਚੰਡੀਗੜ੍ਹ ਹੀ ਨਹੀਂ, ਸਾਰਾ ਖਿੱਤਾ ਜਿਹੜਾ ਹੈਗਾ, ਸਾਰੇ ਖਿੱਤੇ 'ਚ ਟੈਲੈਂਟ ਭਰਿਆ ਪਿਆ ਆ ਜੀ। ਔਰ ਤੋਂ ਬੜੇ ਅੱਛੇ ਨਾਂ ਜਿਹੜੇ ਹੈਗੇ ਆ ਇੱਥੋਂ ਦੇ ਜਿਹੜੇ MP ਨੇ, ਉਹ ਵੀ ਤੁਹਾਨੂੰ ਪਤਾ ਵੀ ਫਿਲਮੀ ਦੁਨੀਆ ਦੇ ਨਾਲ ਸੰਬੰਧ ਰੱਖਦੇ ਆ ਜੀ। ਅਨੁਪਮ ਖੇਰ ਜੀ ਦੇ ਕਿਰਨ ਖੇਰ ਸ਼੍ਰੀਮਤੀ ਜੀ ਨੇ ਜੀ ਔਰ ਹੋਰ ਵੀ ਬਹੁਤ ਸਾਰੀਆਂ ਹਸਤੀਆਂ, ਗੁਲਪਨਾਗ ਜਿਹੜੇ ਆਮ ਆਦਮੀ ਪਾਰਟੀ ਤੋਂ ਜਿਨ੍ਹਾਂ ਨੇ ਚੋਣ ਲੜੀ ਸੀ, ਉਹ ਵੀ ਫਿਲਮੀ ਹਸਤੀ ਨੇ ਜੀ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਨਾਂ ਹੈਗੇ ਆ ਔਰ ਗਾਇਕ ਵੀ ਬਹੁਤ ਆ ਰਹੇ। ਅੱਜ ਕੱਲ੍ਹ ਵੀ ਜਿਹੜਾ ਇੱਕ ਗਾਇਕੀ ਦੇ ਟੈਲੈਂਟ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ, ਇੰਡੀਅਨ ਆਈਡਲ ਜਿਹੜਾ ਪ੍ਰੋਗਰਾਮ ਆਉਂਦਾ, ਉਹਦੇ ਵਿੱਚ ਵੀ ਕਾਫੀ ਨਾਂ ਜਿਹੜੇ ਆ ਉਹ ਆਉਂਦੇ ਆ ਚੰਡੀਗੜ੍ਹ ਤੋਂ। ਚੰਡੀਗੜ੍ਹ ਦੇ ਵਿੱਚ ਕੋਈ ਇਸ ਕਿਸਮ ਦੀ ਕੋਈ ਕਮੀ ਨਹੀਂ ਹੈਗੀ ਔਰ ਅੱਛੀ ਗੱਲ ਇਹਨਾਂ ਨੇ ਚੰਡੀਗੜ੍ਹ ਦਾ ਨਾਂ ਰੋਸ਼ਨ ਕੀਤਾ ਹੈ। ਜੀ ਜੀ। ਤੇ ਹੁਣ ਇਹ ਖਬਰ ਦੈਨਿਕ ਜਾਗਰਣ ਤੋਂ ਹੈ ਕਿ ਮੋਹਾਲੀ ਦੇ ਕਿਸਾਨਾਂ ਨੇ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 5 ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਨੇ ਮੁਆਵਜ਼ਾ ਮੰਗਿਆ। ਇਹ ਮੋਹਾਲੀ ਦੇ ਅਧੀਨ ਆਉਣ ਵਾਲੇ ਪਿੰਡਾਂ ਦੇ ਕਿਸਾਨਾਂ ਨੇ ਰਾਜ ਸਰਕਾਰ ਨੂੰ ਸੜਕਾਂ ਦੇ ਨਿਰਮਾਣ ਲਈ ਆਪਣੀ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਪ੍ਰਤੀ ਏਕੜ 5.25 ਕਰੋੜ ਰੁਪਏ ਮੁਆਵਜ਼ਾ ਕਰਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਤੇ ਜ਼ਮੀਨ ਦੇ ਬਦਲੇ ਕਿਤੇ ਹੋਰ ਜ਼ਮੀਨ ਨਹੀਂ ਦਿੰਦੀ, ਤਦ ਤੱਕ ਉਹ ਆਪਣੀ ਜ਼ਮੀਨ ਨਹੀਂ ਦੇਣਗੇ। ਤੇ ਨਾਲ ਹੀ ਅਲੱਗ-ਅਲੱਗ ਪਿੰਡਾਂ ਦੇ ਕਿਸਾਨਾਂ ਨੇ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਡੇਰਾ ਬਸਤੀ ਤੋਂ ਵਿਧਾਇਕ NK ਸ਼ਰਮਾ ਦੀ ਨਿਗਰਾਨੀ ਵਿੱਚ ਪ੍ਰਦਰਸ਼ਨ ਵੀ ਕੀਤਾ। NK ਸ਼ਰਮਾ ਨੇ ਕਿਸਾਨਾਂ ਵੱਲੋਂ ਇੱਕ ਮੰਗ ਪੱਤਰ DC ਮੋਹਾਲੀ ਨੂੰ ਸੌਂਪਿਆ ਤੇ ਨਾਲ ਹੀ ਵਿਧਾਇਕ ਨੇ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ। ਕਈ ਕਿਸਾਨ ਤਾਂ ਅਜਿਹੇ ਨੇ ਜਿਨ੍ਹਾਂ ਕੋਲ 4 ਤੋਂ 5 ਏਕੜ ਜ਼ਮੀਨ ਹੈ ਤੇ ਇਹਨਾਂ ਵਿੱਚ ਇਹਨਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਜੀ ਦੇਖੋ, ਜਿੱਥੋਂ ਤੱਕ ਕਿਸਾਨਾਂ ਦਾ ਮਾਮਲਾ ਆ ਜੀ, ਜ਼ਮੀਨ ਜਿਹੜੀ ਹੈਗੀ ਹੈ ਉਹ ਦੇਣ ਦਾ ਮਾਮਲਾ ਹੈ ਪ੍ਰਸ਼ਾਸਨ ਨੂੰ ਜੀ, ਉਹ ਤਾਂ ਵਾਕਈ ਬਹੁਤ ਸੀਰੀਅਸ ਮਾਮਲਾ ਹੈਗਾ ਜੀ। ਪਰ ਜਿਹੜੇ ਵਿਧਾਇਕ ਸਾਹਿਬ ਨੇ, ਜਿਹੜੇ ਨਰਿੰਦਰ ਸ਼ਰਮਾ ਜੀ, ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਜੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਇਹੀ ਕੁਝ ਹੁੰਦਾ ਰਿਹਾ ਆ ਜੀ। ਔਰ ਹੁਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ, ਕਾਂਗਰਸ ਦੀ ਸਰਕਾਰ ਹੈ, ਇਸ ਕਰਕੇ ਅਗਵਾਈ ਨਰਿੰਦਰ ਸ਼ਰਮਾ ਕਰ ਰਹੇ, ਵਿਧਾਇਕ ਨੇ ਕੀਤੀ ਇਹਨਾਂ ਦੀ। ਪਰ ਜਿੱਥੋਂ ਤੱਕ ਜ਼ਮੀਨ ਅਕਵਾਇਰ ਕਰਨ ਦਾ ਮਾਮਲਾ ਆ, ਇਹ ਮਾਮਲਾ ਵਾਕਈ ਬਹੁਤ ਗੰਭੀਰ ਮਾਮਲਾ ਹੈਗਾ। ਜਿਵੇਂ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪਤਾ ਕਿ ਚੰਡੀਗੜ੍ਹ ਜਿਹੜਾ ਵਸਾਇਆ ਗਿਆ ਸੀ, ਉਹ ਵੀ ਇੱਥੋਂ ਦੇ ਪਿੰਡ ਉਜਾੜ ਕੇ ਵਸਾਇਆ ਗਿਆ ਸੀ ਔਰ ਅੱਜ ਤੱਕ ਉਹ ਜਿਹੜੇ ਉਜਾੜੇ ਹੋਏ ਲੋਕ ਆ ਉਹਨਾਂ ਦਾ ਮੁੜ ਵਸੇਬਾ ਨਹੀਂ ਹੋ ਸਕਿਆ। ਮੋਹਾਲੀ ਦੇ ਵਿੱਚ ਜੇ ਆਪਾਂ ਗੱਲ ਕਰੀਏ, ਸ਼ਹਿਰ ਦੇ ਨਿਰਮਾਣ ਦੀ ਗੱਲ ਕਰੀਏ ਜਾਂ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਜਾਂ ਸ਼ਹਿਰੀ ਵਿਕਾਸ ਦੀ ਗੱਲ ਕਰੀਏ ਮੋਹਾਲੀ ਦੇ ਸੰਬੰਧ ਵਿੱਚ, ਤਾਂ ਅੱਜ ਮੋਹਾਲੀ ਦੇ ਜਿਹੜੇ ਪ੍ਰਾਈਵੇਟ ਬਿਲਡਰ ਨੇ ਉਹ ਜ਼ਮੀਨਾਂ ਇੱਥੇ 6-6 ਕਰੋੜ ਰੁਪਏ ਨੂੰ ਵੀ ਖਰੀਦ ਕੇ ਉਹਨਾਂ ਨੇ ਬਿਲਡਿੰਗਾਂ ਬਣਾਈਆਂ ਆ, ਕਲੋਨੀਆਂ ਬਣਾਈਆਂ। ਤਾਂ ਜਦੋਂ ਪ੍ਰਾਈਵੇਟ ਜਿਹੜੇ ਬਿਲਡਰ ਹੈਗੇ ਆ ਉਹ ਇੰਨੀ ਮਹਿੰਗੀ ਜ਼ਮੀਨ ਲੈ ਰਹੇ ਆ ਤੇ ਸਰਕਾਰ ਉਹਨਾਂ ਨੂੰ ਜਿਹੜੀ ਅਕਵਾਇਰ ਕਰਦੀ ਸਰਕਾਰ, ਉਹਦਾ ਮੁੱਲ ਜਿਹੜਾ ਹੈਗਾ ਉਹ ਇੰਨਾ ਘੱਟ ਹੁੰਦਾ ਹੈ ਕਿ ਕਿਸਾਨ ਵਾਕਈ ਸਹਿਮਤ ਨਹੀਂ ਹੁੰਦੇ। ਹੋਣਾ ਵੀ ਨਹੀਂ ਚਾਹੀਦਾ। ਮਾਲਕ ਉਹ ਆਪਣੀ ਜ਼ਮੀਨ ਦੇ, ਜੇ ਉਹਨਾਂ ਨੂੰ ਨਹੀਂ ਇਹ ਵਾਰਾ ਖਾਂਦਾ ਜੋ ਸਰਕਾਰੀ ਰੇਟ ਹੈ ਤਾਂ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਔਰ ਸਰਕਾਰ ਨੂੰ ਕਿਸਾਨਾਂ ਦਾ ਅੰਨ੍ਹੇਵਾਹ ਉਜਾੜਾ ਵੀ ਨਹੀਂ ਕਰਨਾ ਚਾਹੀਦਾ। ਠੀਕ ਹੈ, ਸੜਕਾਂ ਦਾ ਨਿਰਮਾਣ ਬੜਾ ਜ਼ਰੂਰੀ ਹੈ, ਪਰ ਜਦੋਂ ਸ਼ਹਿਰੀ ਵਿਕਾਸ ਹੁੰਦਾ ਹੈ ਉਹਦੇ ਵਿੱਚ ਜੇ ਤੁਸੀਂ ਵਿਕਾਸ ਕਰ ਰਹੇ ਹੋ, ਤੁਸੀਂ ਜ਼ਮੀਨ ਉਹ ਵੇਚ ਕੀ ਰੇਟ ਰਹੇ ਹੋ, ਤੁਸੀਂ ਕੌਡੀਆਂ ਦੇ ਭਾਅ ਲੈ ਕੇ ਤੁਸੀਂ ਅੱਗੇ ਜਿਹੜਾ ਹੈਗਾ ਉਹ ਤੁਸੀਂ ਇੰਚਾਂ ਦੇ ਹਿਸਾਬ ਨਾਲ ਵੇਚਦੇ ਹੋ, ਤਾਂ ਇਹ ਤਾਂ ਬਿਲਕੁਲ ਹੀ ਧੱਕਾ ਹੀ ਹੈ। ਲੇਕਿਨ ਗੱਲ ਇਹ ਹੈਗੀ ਹੈ ਵੀ ਜਦੋਂ ਕਿਸਾਨ ਕਿਸੇ ਪਾਰਟੀ ਦੇ ਝੰਡੇ ਹੇਠਾਂ ਇਕੱਠੇ ਹੋਣਗੇ ਤਾਂ ਸ਼ਾਇਦ ਉਹਨਾਂ ਦਾ ਜਿਹੜਾ ਉਹ ਰੋਸ ਪ੍ਰਦਰਸ਼ਨ ਹੈ ਉਹਨਾਂ ਤਾਕਤਵਰ ਨਹੀਂ ਹੋਏਗਾ। ਸੋ ਕਿਸਾਨਾਂ ਨੂੰ ਆਪਣੇ ਮਸਲੇ ਆਪ ਨਜਿੱਠਣ ਲਈ ਬਾਹਰ ਆਉਣਾ ਚਾਹੀਦਾ, ਸੜਕਾਂ ਤੇ ਆਉਣਾ ਚਾਹੀਦਾ, ਸਰਕਾਰ ਦੇ ਖਿਲਾਫ ਆਉਣਾ ਚਾਹੀਦਾ। ਪਰ ਪਾਰਟੀਆਂ ਦਾ ਸਹਾਰਾ ਲੈਣਗੇ ਤਾਂ ਸ਼ਾਇਦ ਇਹਨੂੰ ਇਹ ਸਿੱਧਾ ਦੋਸ਼ ਲੱਗੇਗਾ ਸਰਕਾਰ ਦਾ ਕਿ ਰਾਜਨੀਤੀ ਕਰ ਰਹੇ ਆ, ਤਾਂ ਸ਼ਾਇਦ ਉਹਨਾਂ ਦੀ ਜਿਹੜੀ ਇਹ ਮੰਗ ਆ ਉਨੀ ਪ੍ਰਭਾਵਸ਼ਾਲੀ ਨਹੀਂ ਹੋਏਗੀ। ਜੀ। ਤੇ ਇਹ ਖਬਰ ਹੈ, ਚੰਡੀਗੜ੍ਹ ਦੇ ਨਿੱਜੀ ਸਕੂਲ ਮਨਮਰਜ਼ੀ ਦਾ ਸਿਲੇਬਸ ਨਹੀਂ ਪੜ੍ਹਾ ਸਕਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਨਿੱਜੀ ਸਕੂਲਾਂ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਉਹ ਕੇਵਲ ਮਾਨਤਾ ਪ੍ਰਾਪਤ ਸਿਲੇਬਸ ਪੜ੍ਹਾਉਣ। ਬਿਲਕੁਲ ਇਸ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਹੈਗਾ ਇਹ ਉੱਠਿਆ ਆ। ਇਸ ਤੋਂ ਪਹਿਲਾਂ
ਆ ਜਿਹੜੇ ਨਿੱਜੀ ਸਕੂਲ ਆ ਜੀ ਉਹ ਅਲੱਗ-ਅਲੱਗ ਬੋਰਡ ਜਿਹੜੇ ਹੈਗੇ ਆ ਉਹਨਾਂ ਦੇ ਇੱਕ ਤਾਂ ਸਿਲੇਬਸ ਅਲੱਗ-ਅਲੱਗ ਹੈਗੇ ਆ ਜੀ ਇੱਕ ਉਹ ਆਪਣੇ ਹਿਸਾਬ ਨਾਲ ਕਿਤਾਬਾਂ ਛਪਵਾ ਕੇ ਬੱਚਿਆਂ ਨੂੰ ਪੜ੍ਹਾ ਰਹੇ ਆ ਜੀ ਔਰ ਕਈ ਵਾਰ ਇਹ ਵਿਵਾਦ ਵੀ ਖੜਾ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਜੀ ਕਿਉਂਕਿ ਉਹਨੇ ਨਿਪੁੰਨਤਾ ਦੇ ਨਾਲ ਉਹਨੇ ਰਿਸਰਚ ਕਰਕੇ ਜਿਹੜੀਆਂ ਉਹ ਕਿਤਾਬਾਂ ਨਹੀਂ ਛਾਪੀਆਂ ਜਾਂਦੀਆਂ ਜੀ ਔਰ ਉਹਦੇ ਵਿੱਚ ਕਈ ਵਾਰ ਇਤਰਾਜ਼ਯੋਗ ਸਮੱਗਰੀ ਵੀ ਹੁੰਦੀ ਹੈ ਔਰ ਇਹਦੇ ਨਾਲ ਹੀ ਜਿਹੜਾ ਹੈਗਾ ਵੱਖ-ਵੱਖ ਜਿਹੜੀ ਜਾਣਕਾਰੀ ਮੰਨ ਲਓ ਨਾ ਮਤਲਬ ਹੈ ਕਿ ਜਿਹੜਾ ਹੁਣ ਜਿਹੜਾ ਇੱਥੇ ਨਿੱਜੀ ਸਕੂਲਾਂ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ ਜੀ ਜਿਹੜਾ ਦੂਸਰੇ ਸਕੂਲਾਂ ਦੇ ਵਿੱਚ ਬੱਚਾ ਪੜ੍ਹ ਰਿਹਾ ਆ ਜੀ ਹੁਣ ਉਹਨਾਂ ਨੂੰ ਅਲੱਗ-ਅਲੱਗ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹੋਣ ਜੀ ਤਾਂ ਇਹਦੇ ਨਾਲ ਬਹੁਤ ਸਾਰੇ ਗੜਬੜੀ ਹੁੰਦੀ ਹੈ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਉੱਤੇ ਇਹਦਾ ਬਹੁਤ ਬੁਰਾ ਅਸਰ ਵੀ ਪੈ ਸਕਦਾ ਹੈ ਜੀ ਇਹ ਚੰਗੀ ਗੱਲ ਹੈ ਕਿ ਸਿਲੇਬਸ ਜਿਹੜਾ ਹੈਗਾ ਉਹ ਪ੍ਰਮਾਣਿਤ ਸਿਲੇਬਸ ਹੋਣਾ ਚਾਹੀਦਾ ਹੈ ਔਰ ਸਾਰੇ ਸਕੂਲਾਂ ਦੇ ਵਿੱਚ ਸਿਲੇਬਸ ਜਿਹੜਾ ਹੈਗਾ ਇੱਕ ਹੀ ਸਿਲੇਬਸ ਹੋਣਾ ਚਾਹੀਦਾ ਹੈ ਔਰ ਇਹ ਜਿਹੜਾ ਫਰਮਾਨ ਹੈ ਸਰਕਾਰ ਦਾ ਇਹਦੇ ਵਿੱਚ ਇਹਨੂੰ ਅਮਲ 'ਚ ਲਿਆਉਣਾ ਬੜਾ ਜ਼ਰੂਰੀ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਲੇਕਿਨ ਇੱਕ ਨਾਲ ਗੱਲ ਹੋਰ ਹੈਗੀ ਇਹ ਤਾਂ ਇਹਨਾਂ ਨੇ ਬੜਾ ਛੇਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਦੂਜੇ ਪਾਸੇ ਕੋਵਿਡ ਨੂੰ ਲੈ ਕੇ ਪਿਛਲੇ ਸਮਿਆਂ ਦੌਰਾਨ ਤੁਹਾਨੂੰ ਪਤਾ ਜਿਵੇਂ ਲੋਕ ਲੁੱਟੇ ਪੁੱਟੇ ਗਏ ਲੋਕਾਂ ਦੇ ਕਾਰੋਬਾਰ ਨਹੀਂ ਰਹੇ ਬੱਚਿਆਂ ਦੇ ਫੀਸਾਂ ਦੇਣੀਆਂ ਬਹੁਤ ਮੁਸ਼ਕਲ ਹੋ ਗਈਆਂ ਸਕੂਲਾਂ ਨੇ ਇੱਕ ਫੀਸਾਂ ਲੈਣ ਦਾ ਇੱਕ ਜ਼ਰੀਆ ਕੱਢ ਲਿਆ ਕਿ ਆਨਲਾਈਨ ਬੱਚਿਆਂ ਨੂੰ ਪੜ੍ਹਾਓ ਭਾਵੇਂ ਬੱਚੇ ਪੜ੍ਹ ਰਹੇ ਜਾਂ ਨਹੀਂ ਪੜ੍ਹ ਰਹੇ ਵੀ ਇਸੇ ਹਿਸਾਬ ਨਾਲ ਉਹਨਾਂ ਕੋਲੋਂ ਫੀਸਾਂ ਦੀ ਵਸੂਲੀ ਕੀਤੀ ਜਾਏਗੀ ਸਰਕਾਰ ਨੇ ਵੀ ਜਿਹੜੇ ਬੇਨਤੀਆਂ ਕੀਤੀਆਂ ਸਰਕਾਰ ਦੀ ਅਪੀਲਾਂ ਵੀ ਗਈਆਂ ਕਿ ਨਿੱਜੀ ਸਕੂਲ ਇਸ ਤਰ੍ਹਾਂ ਫੀਸਾਂ ਨਾ ਉਗਰਾਉਣ ਪਰ ਉਹ ਸਕੂਲ ਕੀ ਕਰ ਰਿਹਾ ਇਸ ਵੇਲੇ ਬੱਚਿਆਂ ਨੂੰ ਸਰਟੀਫਿਕੇਟ ਦੇਣ ਲਈ ਜਾਂ ਬੱਚਿਆਂ ਨੂੰ ਅੱਗੇ ਐਡਮਿਸ਼ਨ ਦੇਣ ਲਈ ਪਹਿਲਾਂ ਫੀਸਾਂ ਵਸੂਲ ਰਹੇ ਪਿਛਲੀਆਂ ਔਰ ਜਿਹੜੇ ਫੀਸ ਨਹੀਂ ਦੇ ਰਹੇ ਉਹਨਾਂ ਦੇ ਨਾਂ ਕੱਟੇ ਜਾ ਰਹੇ ਆ ਸਰਕਾਰ ਨੂੰ ਇਹਦੇ ਬਾਰੇ ਵੀ ਧਿਆਨ ਦੇਣਾ ਚਾਹੀਦਾ ਹੈ ਔਰ ਇਹ ਵੀ ਜੇ ਨੋਟੀਫਿਕੇਸ਼ਨ ਨਾਲ ਦੇਣ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੱਲ ਇੱਕ ਬੜਾ ਵੱਡਾ ਪ੍ਰਦਰਸ਼ਨ ਹੋਇਆ ਸੀ ਜਿਹੜਾ ਅਸੀਂ ਆਪਣੀਆਂ ਖਬਰਾਂ ਦੇ ਵਿੱਚ ਅਸੀਂ ਦੱਸਿਆ ਵੀ ਸੀ ਕਿ ਜਿਹੜੇ ਮਾਪੇ ਆ ਜਿਨ੍ਹਾਂ ਦੇ ਬੱਚਿਆਂ ਦੇ ਨਾਂ ਕੱਟੇ ਗਏ ਆ ਉਹਨਾਂ ਮਾਪਿਆਂ ਨੇ ਬਕਾਇਦਾ ਥਾਲੀਆਂ ਲੈ ਕੇ ਸੜਕਾਂ ਤੇ ਆਏ ਔਰ ਥਾਲੀਆਂ ਖੜਕਾਈਆਂ ਟਰਾਈ ਸਿਟੀ ਦੇ ਜਿਹੜੇ ਮਾਪੇ ਹੈ ਨਿੱਜੀ ਸਕੂਲਾਂ ਦੇ ਖਿਲਾਫ ਔਰ ਪ੍ਰਸ਼ਾਸਨ ਉਹਨਾਂ ਨੇ 31 ਅਪ੍ਰੈਲ ਤੱਕ 31 ਮਾਰਚ ਤੱਕ ਦਾ ਅਲਟੀਮੇਟਮ ਵੀ ਦਿੱਤਾ ਹੋਇਆ ਹੈ ਸੋ ਸਰਕਾਰ ਨੂੰ ਇੱਧਰ ਵੀ ਧਿਆਨ ਦੇਣ ਦੀ ਲੋੜ ਹੈਗੀ ਹੈ ਜੀ ਤੇ ਇਹ ਖਬਰ ਹੈ ਜਿੱਥੇ ਪੰਚਕੂਲਾ ਵਿੱਚ ਕਿਸਾਨ ਪ੍ਰੋਟੈਸਟ ਚੱਲ ਰਿਹਾ ਹੈ ਕ੍ਰਿਸ਼ੀ ਕਾਨੂੰਨਾਂ ਨੂੰ ਲੈ ਕੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਨੇ ਕੱਲ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਦਿਵਸ ਮਨਾਇਆ ਕੱਲ 23 ਮਾਰਚ ਨੂੰ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਤੇ ਇਸੇ ਦਿਨ ਦੇਸ਼ ਦੇ ਲਈ ਸ਼ਹਾਦਤ ਦੇਣ ਵਾਲੇ ਸਾਰੇ ਸ਼ਹੀਦਾਂ ਨੂੰ ਯਾਦ ਵੀ ਕੀਤਾ ਗਿਆ ਕਿਸਾਨਾਂ ਨੇ ਆਪਣੇ ਪ੍ਰਦਰਸ਼ਨ ਦੇ ਦੌਰਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕ੍ਰਿਸ਼ੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਪੰਚਕੂਲਾ ਕਾਲਕਾ ਹਾਈਵੇ ਮੌਜੂਦ ਟੋਲ ਪਲਾਜ਼ਾ ਤੇ ਕਿਸਾਨ ਕ੍ਰਿਸ਼ੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਸੀ ਜੀ ਲਗਾਤਾਰ ਪੂਰੇ ਦੇਸ਼ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਰੈਲੀਆਂ ਚੱਲ ਰਹੀਆਂ ਅੰਦੋਲਨ ਚੱਲ ਰਿਹਾ ਹੈ ਜੀ ਔਰ ਉਸੇ ਅੰਦੋਲਨ ਦਾ ਹੀ ਇੱਕ ਹਿੱਸਾ ਹੈ ਜੀ ਔਰ ਅੱਜ ਸਾਰੇ ਕਿਸਾਨਾਂ ਨੇ ਮਿਲ ਕੇ ਜਿਹੜਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਯਾਦ ਕੀਤਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਜੀ ਔਰ ਉਹਨਾਂ ਨੂੰ ਯਾਦ ਕਰਦਿਆਂ ਇਹ ਵੀ ਯਾਦ ਦਵਾਇਆ ਸਰਕਾਰਾਂ ਨੂੰ ਵੱਖ-ਵੱਖ ਸਟੇਜਾਂ ਤੋਂ ਜੀ ਕਿ ਜਿਹੜੇ ਮਕਸਦ ਲਈ ਇਹ ਸ਼ਹੀਦੀਆਂ ਦਿੱਤੀਆਂ ਗਈਆਂ ਜਿਹੜੇ ਮਕਸਦ ਵਾਸਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਬਾਕੀ ਜਿਹੜੇ ਸਾਡੇ ਸ਼ਹੀਦ ਆ ਉਹਨਾਂ ਨੇ ਸ਼ਹੀਦੀ ਦਿੱਤੀ ਜੀ ਸ਼ਹਾਦਤਾਂ ਦਿੱਤੀਆਂ ਉਹ ਮਕਸਦ ਅੱਜ ਪੂਰਾ ਨਹੀਂ ਹੋ ਰਿਹਾ ਜੀ ਇੱਕ ਵਾਰ ਫਿਰ ਸਾਨੂੰ ਜਿਹੜਾ ਹੈਗਾ ਉਸੇ ਚੱਕਰ ਦੇ ਵਿੱਚ ਜਿਹੜਾ ਹੈਗਾ ਦੇਸ਼ ਨੂੰ ਪਾਲਿਆ ਗਿਆ ਆ ਔਰ ਇਉਂ ਲੱਗਦਾ ਹੈ ਕਿ ਹਾਲੇ ਵੀ ਜਿਹੜੀਆਂ ਹੈਗੀਆਂ ਹੋਰ ਸ਼ਹਾਦਤਾਂ ਦੇ ਜਿਵੇਂ ਲੋੜ ਹੁੰਦੀ ਹੈ ਉਸ ਤਰ੍ਹਾਂ ਦਾ ਮਾਹੌਲ ਹੈ ਸੋ ਇਹ ਸਾਰੀਆਂ ਥਾਵਾਂ ਤੇ ਇਹ ਗੱਲ ਜਿਹੜੀ ਹੈਗੀ ਹੈ ਇਹ ਉੱਠੀ ਹੈ ਔਰ ਅੱਜ ਸਾਰਿਆਂ ਨੇ ਜਿਹੜੀ ਹੈਗੀ ਕਿਸਾਨਾਂ ਨੇ ਵੀ ਤੇ ਜਿਵੇਂ ਅਸੀਂ ਦੱਸਿਆ ਬਾਕੀ ਹੋਰ ਵੀ ਸਾਰੇ ਦੇਸ਼ ਨੇ ਸ਼ਹੀਦਾਂ ਨੂੰ ਯਾਦ ਕੀਤਾ ਹੈ ਜੀ ਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਅਖਬਾਰ ਹਾਜ਼ਰ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ ਜੇਕਰ ਤੁਸੀਂ ਆਪਣੀ ਪਸੰਦ ਦੀ ਕੋਈ ਖਬਰ ਵੇਖਣਾ ਚਾਹੁੰਦੇ ਹੋ ਜਾਂ ਜੀ ਤੇ ਅਸੀਂ ਤੁਹਾਨੂੰ ਜਾਂਦੇ ਇਹ ਵੀ ਦੱਸ ਦਿੰਦੇ ਹਾਂ ਕਿ ਸਿੱਖਿਆ ਮੰਤਰੀ ਕੰਵਰਪਾਲ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਕਿਹਾ ਕਿ ਕਰੋਨਾ ਦੇ ਮੱਦੇਨਜ਼ਰ ਸਕੂਲ ਕਾਲਜ ਬੰਦ ਕਰਨ ਨੂੰ ਲੈ ਕੇ ਹਜੇ ਕੋਈ ਫੈਸਲਾ ਨਹੀਂ ਹੋਇਆ ਤੁਹਾਡਾ ਇਸ ਤੇ ਕੀ ਕਹਿਣਾ ਹੈ ਦੇਖੋ ਗੱਲ ਇਹ ਆ ਕਿ ਕਰੋਨਾ ਦਾ ਮਾਮਲਾ ਜਿਹੜਾ ਹੈਗਾ ਇਹ ਕਾਫੀ ਗੰਭੀਰ ਮਾਮਲਾ ਹੈ ਜੀ ਔਰ ਚੰਡੀਗੜ੍ਹ ਮੋਹਾਲੀ ਪੰਚਕੂਲਾ ਟਰਾਈ ਸਿਟੀ ਦੇ ਵਿੱਚ ਕਾਫੀ ਜਿਹੜਾ ਹੈਗਾ ਇਹਦੇ ਖਿਲਾਫ ਪੁਲਿਸ ਵੀ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਔਰ ਬਾਕੀ ਟੀਮਾਂ ਵੀ ਕੰਮ ਕਰ ਰਹੀਆਂ ਔਰ ਜੇ ਅਸੀਂ ਮੋਹਾਲੀ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਆ ਕੇ ਅੱਗੇ ਗੱਲ ਦੱਸੀ ਹੈ ਕਿ 401 ਟੈਸਟ ਕੀਤੇ ਗਏ ਜਿਹਦੇ ਵਿੱਚੋਂ 81% ਟੈਸਟ ਜਿਹੜੇ ਹੈਗੇ ਆ ਉਹ ਜਿਹੜਾ ਇੱਕ ਨਵਾਂ ਜਿਹੜਾ ਸਟ੍ਰੇਨ ਹੈ
ਜਿਹਨੂੰ ਯੂਕੇ ਸਟ੍ਰੇਨ ਕਹਿੰਦੇ ਆ, ਜੀ ਉਹ ਫੈਲਦਾ ਨਜ਼ਰ ਆ ਰਿਹਾ ਹੈ। 81% ਦੀ ਜਿਹੜੇ ਟੈਸਟ ਆ ਜੀ ਉਹਦੇ ਵਿੱਚ ਇਹ ਸਟ੍ਰੇਨ ਪਾਇਆ ਗਿਆ ਹੈ। ਜੀ ਔਰ ਮੁੱਖ ਮੰਤਰੀ ਨੇ ਅਪੀਲ ਕੀਤੀ ਲੋਕਾਂ ਨੂੰ ਕਿ ਸਮਾਜਿਕ ਦੂਰੀ ਬਣਾ ਕੇ ਰੱਖੋ, ਮਾਸਕ ਪਾ ਕੇ ਰੱਖੋ ਔਰ ਟੀਕੇ ਜਿਹੜੇ ਹੈ ਕਰੋਨਾ ਵਾਇਰਸ ਦੇ ਉਹ ਲਵਾਓ। ਇਹਦੇ ਨਾਲ ਹੀ ਜਿਹੜਾ ਹੈਗਾ ਸੀ ਉਹਨਾਂ ਨੇ ਇਹ ਅਪੀਲ ਕੀਤੀ ਸੀ ਕੇਂਦਰ ਸਰਕਾਰ ਨੂੰ ਜੀ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ 45 ਸਾਲ ਤੋਂ ਘੱਟ ਉਮਰ ਜਿਹੜੇ ਉਮਰ ਘੱਟ ਦੇ ਹੈਗੇ ਆ, ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਕਰੋਨਾ ਟੀਕਾ ਲਾਇਆ ਜਾਏ। ਜੀ ਕੇਂਦਰ ਸਰਕਾਰ ਨੇ ਫੈਸਲਾ ਲੈ ਵੀ ਲਿਆ ਆ। ਜੀ ਅੱਜ ਕੇਂਦਰ ਸਰਕਾਰ ਦਾ ਵੀ ਇੱਕ ਬਿਆਨ ਜਾਰੀ ਹੋਇਆ ਆ ਜੀ ਜੀ ਜਿਹਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ 45 ਸਾਲ ਦੀ ਉਮਰ ਦੀ ਵਸੋਂ ਨੂੰ ਵੀ 1 ਅਪ੍ਰੈਲ ਤੋਂ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ। ਜੀ ਸੋ ਇਹਦੇ ਤੋਂ ਬਚਾਅ ਬੜਾ ਜ਼ਰੂਰੀ ਹੈ। ਵੱਧ ਤੋਂ ਵੱਧ ਜਿਹੜੀ ਹੈਗੀ ਹੈ ਉਹ ਕਰੋਨਾ ਵਾਇਰਸ ਲੈਣ ਦੀ ਲੋੜ ਆ ਔਰ ਇਤਿਹਾਦ ਵਜੋਂ ਜਿਸ ਤਰ੍ਹਾਂ ਇਹਦੇ ਇੱਕ ਨਿਯਮ ਤੈਅ ਕੀਤੇ ਗਏ ਆ, ਜੀ ਮਾਸਕ ਲੈ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣੀ, ਇਹਦੇ ਤੇ ਵੀ ਅਮਲ ਕਰਨਾ ਬਹੁਤ ਜ਼ਰੂਰੀ ਹੈ। ਜੀ ਜੀ ਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਅਖਬਾਰ ਹਾਜ਼ਰ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਜੇਕਰ ਤੁਸੀਂ ਆਪਣੀ ਪਸੰਦ ਦੀ ਕੋਈ ਖਬਰ ਵੇਖਣਾ ਚਾਹੁੰਦੇ ਹੋ ਜਾਂ ਸਾਡੇ ਤੱਕ ਕੋਈ ਖਬਰ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਦਿੱਤੇ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਨਮਸਕਾਰ। अखबार हाजिर है।